ਜ਼ਹਿਰੀਲਾ ਸੱਪ, ਵਿਸ਼ ਕੰਨਿਆ ਤੇ ਰਾਵਣ, ਇਸ ਦੇ ਨਾਲ ਕਸੂਤੇ ਫਸਦੇ ਕਈ ਲੀਡਰ ਨਜ਼ਰ ਆ ਰਹੇ ਨੇ। ਦਰਅਸਲ ਦੇਸ਼ ਦੇ ਵਿੱਚ ਚੋਟੀ ਦੀ ਲੀਡਰਸ਼ਿਪ, ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸੰਬੰਧ ਰੱਖਣ ਵਾਲਿਆਂ ਦੀ ਬੋਲਬਾਣੀ ਵਿੱਚ ਇੰਨੀ ਗਿਰਾਵਟ ਕਿਉਂ ਆ ਰਹੀ ਹੈ? ਹਾਲਾਂਕਿ ਖੁਦ ਉਹ ਫਿਕਰ ਕਰਦੇ ਇਹਨਾਂ ਗੱਲਾਂ ਦਾ ਜ਼ਿਕਰ ਕਰਦੇ ਆਪ ਵੀ ਉਸੇ ਦੇ ਵਿੱਚ ਹੀ ਸ਼ਿਕਾਰ ਹੋ ਜਾਂਦੇ ਨੇ। ਮਾੜੀ ਬੋਲਬਾਣੀ ਸਿਆਸਤ ਦਾ ਹਿੱਸਾ ਬਣ ਗਈ ਹੈ। ਇੱਕ ਦੂਜੇ ਨੂੰ ਠਿੱਬੀ ਕਿਵੇਂ ਲਾਉਣੀ ਹੈ, ਇਹਨਾਂ ਗੱਲਾਂ ਤੇ ਵੱਧ ਜ਼ੋਰ ਦਿੱਤਾ ਜਾਂਦਾ। ਲੋਕਾਂ ਦਾ ਭਲਾ ਕਦੋਂ ਕਰਨਾ ਹੈ, ਇਸ ਬਾਰੇ ਬਹੁਤਾ ਨਹੀਂ ਸੋਚਿਆ ਜਾਂਦਾ। ਇਹ ਸਾਰਾ ਕੁਝ ਅਮਲਾਂ ਦੇ ਵਿੱਚੋਂ ਦਿਖ ਰਿਹਾ। ਹੁਣ ਗੱਲ ਕਰਾਂਗੇ ਇਸ ਰਿਪੋਰਟ ਦੇ ਵਿੱਚ ਕਿ ਦੇਸ਼ ਪੱਧਰ ਦੇ ਉੱਤੇ ਚੋਟੀ ਦੇ ਲੀਡਰ ਆਪਸ ਦੇ ਵਿੱਚ ਕਿਵੇਂ ਉਲਝਦੇ ਨਜ਼ਰ ਆ ਰਹੇ ਨੇ ਤੇ ਗਲਤ ਸ਼ਬਦਾਵਲੀ ਵਰਤਦੇ ਨਜ਼ਰ ਆ ਰਹੇ ਨੇ, ਵਿਵਾਦਿਤ ਸ਼ਬਦ ਵਰਤਦੇ ਨਜ਼ਰ ਆ ਰਹੇ ਨੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਕਾਂਗਰਸ ਪਾਰਟੀ, ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਮੰਨੀ ਜਾਂਦੀ ਹੈ ਤੇ ਉਹਨਾਂ ਦੀ ਹਾਲ ਦੀ ਘੜੀ ਦੇ ਵਿੱਚ ਚੁਣੇ ਗਏ ਪ੍ਰਧਾਨ ਮਲਿਕ ਅਰਜੁਨ ਖੜਗੇ, ਜਿਨ੍ਹਾਂ ਦੇ ਕੋਲ ਪਾਰਲੀਮੈਂਟ ਦਾ ਵੀ ਬਹੁਤ ਵੱਡਾ ਤਜਰਬਾ ਹੈ। ਉਹਨਾਂ ਨੇ ਜ਼ਹਿਰੀਲਾ ਸੱਪ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹਿ ਦਿੱਤਾ। ਹਾਲਾਂਕਿ ਇਸ ਦਾ ਜਵਾਬ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਸ ਤਰ੍ਹਾਂ ਦਿੱਤਾ ਉਹ ਵੀ ਦੱਸਾਂਗੇ, ਪਰ ਜ਼ਹਿਰੀਲਾ ਸੱਪ ਕਹਿਣ ਤੋਂ ਬਾਅਦ ਯੂ ਟਰਨ ਵੀ ਲੈ ਜਾਂਦੇ ਨੇ। ਇਸੇ ਤਰ੍ਹਾਂ ਹੀ ਫਿਰ ਇੱਕ ਭਾਜਪਾ ਦੇ ਵੱਡੇ ਆਗੂ ਨੇ ਸੋਨੀਆ ਗਾਂਧੀ, ਕਾਂਗਰਸ ਦੇ ਲੀਡਰ ਨੂੰ ਵਿਸ਼ ਕੰਨਿਆ ਕਹਿ ਦਿੱਤਾ। ਏਜੰਟ ਤੱਕ ਦੱਸਿਆ ਗਿਆ, ਏਜੰਟ ਕਿਸ ਦਾ ਦੱਸਿਆ ਗਿਆ। ਔਰ ਇਸ ਤੋਂ ਇਲਾਵਾ ਇੱਕ ਤਾਜ਼ੀ ਘਟਨਾ ਹੋਰ ਆਈ ਹੈ ਜਿਸ ਦੇ ਵਿੱਚ ਹੱਦ ਹੋ ਗਈ, ਔਰ ਹੱਦ ਇਸ ਕਦਰ ਹੋਈ ਕਿ FIR ਵਿੱਚ ਤਬਦੀਲ ਹੋ ਗਈ। FIR ਦਰਜ ਹੋ ਗਈ ਹੈ। ਕੇਂਦਰੀ ਕੈਬਨਿਟ ਮੰਤਰੀ ਨੇ ਜਿਹੜੇ ਵਜ਼ੀਰ ਨੇ ਗਜੇਂਦਰ ਸਿੰਘ ਸ਼ੇਖਾਵਤ, ਉਹਨਾਂ ਦੇ ਖਿਲਾਫ FIR ਦਰਜ ਇਸ ਕਰਕੇ ਹੋ ਗਈ ਹੈ ਕਿ ਉਹਨਾਂ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਬਾਰੇ ਇੱਕ ਟਿੱਪਣੀ ਕਰ ਦਿੱਤੀ, ਜਿਸ ਨੂੰ ਕਾਂਗਰਸ ਪਾਰਟੀ ਨੇ ਇਸ ਤਰ੍ਹਾਂ ਲਿਆ ਕਿ FIR ਇੱਕ ਬਿਆਨ ਦੇ ਆਧਾਰ ਦੇ ਉੱਤੇ, ਇੱਕ ਸ਼ਿਕਾਇਤ ਦੇ ਆਧਾਰ ਤੇ ਕਰ ਦਿੱਤੀ ਗਈ। ਉਸ ਵਿੱਚ ਅਸ਼ੋਕ ਗਹਿਲੋਤ ਨੂੰ ਰਾਵਣ ਤੱਕ ਦੱਸਿਆ ਗਿਆ। ਗਜੇਂਦਰ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਰਾਜਸਥਾਨ ਦੀ ਸਿਆਸਤ ਦਾ ਰਾਵਣ ਅਸ਼ੋਕ ਗਹਿਲੋਤ ਹੈ ਤੇ ਇਹਨੂੰ ਖਤਮ ਕਰਕੇ ਜਾਂ ਇਸ ਦੇ ਪੈਰਲਲ ਜੇਕਰ ਨਵੀਂ ਰਾਜਨੀਤੀ ਖੜੀ ਕਰਨੀ ਹੈ ਤਾਂ ਰਾਮ ਰਾਜ ਜਿਹੜਾ ਉਹ ਕਾਇਮ ਕਰਨਾ ਪਵੇਗਾ। ਇਸ ਬਾਰੇ ਪਹਿਲਾਂ ਜਾਣਕਾਰੀ ਦਿੰਦੇ ਹਾਂ, ਫਿਰ ਦੂਜੇ ਬਿਆਨਾਂ ਬਾਰੇ ਵੀ ਦੱਸਾਂਗੇ, ਕਦੋਂ ਕਿਸ ਨੇ ਦਿੱਤਾ ਔਰ ਕਿਵੇਂ ਕਸੂਤੇ ਯੱਬ ਦੇ ਵਿੱਚ ਫਸਦੇ ਗਏ। ਅਸ਼ੋਕ ਗਹਿਲੋਤ ਬਾਰੇ ਦਿੱਤਾ ਗਿਆ ਜਿਹੜਾ ਬਿਆਨ ਹੈ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਇੱਕ ਰੈਲੀ ਦੇ ਵਿੱਚ ਕਥਿਤ ਤੌਰ ਉੱਤੇ ਰਾਵਣ ਆਖਣ ਸੰਬੰਧੀ ਚਿਤੌੜਗੜ੍ਹ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਖਿਲਾਫ FIR ਦਰਜ ਹੋਈ ਹੈ। ਕਾਂਗਰਸੀ ਆਗੂ ਸੁਰਿੰਦਰ ਸਿੰਘ ਜਡਾਵਤ ਦੀ ਸ਼ਿਕਾਇਤ ਦੇ ਆਧਾਰ ਤੇ ਸ਼ਨੀਵਾਰ ਨੂੰ FIR ਦਰਜ ਕੀਤੀ ਗਈ। ਇੱਥੇ ਦੱਸਣਾ ਬਣਦਾ ਕਿ ਚਿਤੌੜਗੜ੍ਹ ਵਿੱਚ ਵੀਰਵਾਰ ਨੂੰ ਭਾਜਪਾ ਦੀ ਜਨ ਆਕਰੋਸ਼ ਰੈਲੀ ਨਾਮ ਜਿਸ ਨੂੰ ਦਿੱਤਾ ਗਿਆ ਸੀ, ਉਸ ਦੇ ਵਿੱਚ ਸ਼ੇਖਾਵਤ ਨੇ ਗਹਿਲੋਤ ਨੂੰ ਰਾਜਸਥਾਨ ਦੀ ਸਿਆਸਤ ਦਾ ਰਾਵਣ ਦੱਸਿਆ, ਇਹ ਗਰਦਾਨ ਦਿੱਤਾ ਤੇ ਉਸ ਤੋਂ ਬਾਅਦ ਲੋਕਾਂ ਨੂੰ ਸੂਬੇ ਵਿੱਚ ਰਾਮ ਰਾਜ ਕਾਇਮ ਕਰਨ ਦਾ ਸੱਦਾ ਦੇ ਦਿੱਤਾ। ਜਡਾਵਤ ਨੇ ਦੱਸਿਆ ਕਿ ਮੈਂ ਰਾਜਸਥਾਨ ਦੇ ਮੁੱਖ ਮੰਤਰੀ ਦੇ ਖਿਲਾਫ ਅਜਿਹੀ ਟਿੱਪਣੀ ਬਰਦਾਸ਼ਤ ਨਹੀਂ ਕਰ ਸਕਦਾ, ਇਹ ਅਪਮਾਨਜਨਕ ਸ਼ਬਦ ਨੇ ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਖਿਲਾਫ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਤੇ ਉਸ ਤੋਂ ਬਾਅਦ FIR ਆ ਜਿਹੜੀ ਦਰਜ ਹੋ ਗਈ। ਅਜਿਹੀ ਭਾਸ਼ਾ ਵਰਤ ਕੇ ਸਾਰਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਇਸ ਗੱਲ ਦਾ ਦਾਅਵਾ ਕੀਤਾ ਗਿਆ। ਹੁਣ ਇਹ ਰਿਹਾ ਮਸਲਾ ਰਾਜਸਥਾਨ ਦਾ। ਇਸ ਤੋਂ ਪਹਿਲਾਂ ਹੁਣ ਚੱਲਦੇ ਹਾਂ ਕਿ ਜਿਹੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਹੈ ਮਲਿਕ ਅਰਜੁਨ ਖੜਗੇ, ਉਹਨਾਂ ਨੇ ਕਿਹਾ ਕਿ 27 ਤਰੀਕ ਦੀ ਗੱਲ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਜ਼ਹਿਰੀਲੇ ਸੱਪ ਨਾਲ ਕੀਤੀ ਤੇ ਜਿਸ ਤੇ ਭਾਜਪਾ ਨੇ ਤਿੱਖੀ ਪ੍ਰਤੀਕਿਰਿਆ ਦੇ ਦਿੱਤੀ। 10 ਮਈ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੇ ਜਿਹੜੀਆਂ ਕਰਨਾਟਕਾ ਦੇ ਅੰਦਰ, ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਕਾਂਗਰਸ ਦੇ ਪ੍ਰਚਾਰ ਤਹਿਤ ਹੀ ਗੜਗ ਜ਼ਿਲ੍ਹੇ ਦੇ ਵਿੱਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਗਲਤੀ ਨਾ ਕਰੋ, ਮੋਦੀ ਜ਼ਹਿਰੀਲੇ ਸੱਪ ਦੀ ਤਰ੍ਹਾਂ ਹਨ। ਜੇਕਰ ਤੁਸੀਂ ਕਹਿੰਦੇ ਹੋ ਕਿ ਉਹ ਜ਼ਹਿਰੀਲੇ ਨਹੀਂ ਤਾਂ ਛੂਹ ਕੇ ਦੇਖੋ, ਪਤਾ ਲੱਗ ਜਾਵੇਗਾ। ਜੇਕਰ ਤੁਸੀਂ ਛੂਹੋਗੇ ਤੇ ਮਰ ਜਾਓਗੇ। ਖੜਗੇ ਨੇ ਲੋਕਾਂ ਨੂੰ ਵੀ ਕਿਹਾ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਨਹੀਂ ਇਹ ਜ਼ਹਿਰ ਨਹੀਂ ਹੈ ਕਿਉਂਕਿ ਮੋਦੀ ਨੇ ਇਸ ਨੂੰ ਦਿੱਤਾ ਹੈ, ਚੰਗੇ ਵਿਅਕਤੀ ਪ੍ਰਧਾਨ ਮੰਤਰੀ ਨੇ ਦਿੱਤਾ ਹੈ, ਤਾਂ ਇਸ ਨੂੰ ਚੱਟ ਕੇ ਦੇਖੋ। ਜੇਕਰ ਤੁਸੀਂ ਇਸ ਜ਼ਹਿਰ ਨੂੰ ਚੱਟੋਗੇ ਤਾਂ ਹਮੇਸ਼ਾ ਲਈ ਸੌਂ ਜਾਵੋਗੇ। ਉਸ ਤੋਂ ਬਾਅਦ ਕਾਂਗਰਸ ਪ੍ਰਧਾਨ ਦੇ ਇਸ ਬਿਆਨ ਮਗਰੋਂ ਕੇਂਦਰੀ ਮੰਤਰੀਆਂ ਸਮੇਤ ਕਈ ਭਾਜਪਾ ਆਗੂਆਂ ਨੇ ਘੇਰਨਾ ਸ਼ੁਰੂ ਕਰ ਦਿੱਤਾ, ਸ਼ਬਦੀ ਹਮਲੇ ਕੀਤੇ ਔਰ ਇਸ ਬਿਆਨ ਤੋਂ ਪਾਰਟੀ ਦੀ ਮਾਨਸਿਕਤਾ ਦਾ ਪਤਾ ਲੱਗਦਾ ਹੈ। ਇਹ ਭਾਜਪਾ ਨੇ ਕਿਹਾ ਕਾਂਗਰਸ ਬਾਰੇ। ਨਾਲ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਟਵਿੱਟਰ ਤੇ ਇਹ ਕਹਿ ਦਿੱਤਾ ਕਿ ਖੜਗੇ ਦੇ ਬਿਆਨ ਤੋਂ ਸਪਸ਼ਟ ਹੈ ਕਿ ਕਾਂਗਰਸ ਦੀ ਨਫ਼ਰਤ ਬਾਹਰ ਆ ਰਹੀ ਹੈ, ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਭਾਜਪਾ IT ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ ਕਿ ਸੋਨੀਆ ਗਾਂਧੀ ਦੇ ਮੌਤ ਕੇ ਸੌਦਾਗਰ ਵਾਲੇ ਬਿਆਨ ਤੋਂ ਇਹ ਨਿੰਦਣਯੋਗ ਵਾਲੇ ਬਿਆਨ ਸ਼ੁਰੂ ਹੋਏ ਸਨ। ਅਸੀਂ ਜਾਣਦੇ ਹਾਂ ਕਿ ਕਿਵੇਂ ਖਤਮ ਹੋਏ ਸਨ।
ਉਹਨਾਂ ਕਿਹਾ ਕਿ ਖੜਗੇ ਦੇ ਬਿਆਨ ਤੋਂ ਪਤਾ ਚੱਲਦਾ ਹੈ ਕਿ ਕਾਂਗਰਸ ਕਰਨਾਟਕਾ 'ਚ ਚੋਣ ਹਾਰ ਰਹੀ ਹੈ। ਬਾਅਦ ਵਿੱਚ ਮਲਿਕਾਰਜੁਨ ਖੜਗੇ ਕੀ ਕਹਿੰਦੇ ਨੇ, ਯੂ ਟਰਨ ਲੈ ਲੈਂਦੇ ਨੇ ਇਸ ਬਿਆਨ ਤੋਂ। ਕਰਨਾਟਕਾ 'ਚ ਇੱਕ ਚੋਣ ਰੈਲੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਹਿਰੀਲੇ ਸੱਪ ਦੇ ਨਾਲ ਤੁਲਨਾ ਕਰਨ ਤੋਂ ਬਾਅਦ ਉਹਨਾਂ ਨੇ ਮੁਕਰਦਿਆਂ ਹੋਇਆ ਇਹ ਵੀ ਕਹਿ ਦਿੱਤਾ ਕਿ ਮੈਂ ਇਸ ਤਰ੍ਹਾਂ ਬਿਲਕੁਲ ਨਹੀਂ ਕਿਹਾ ਤੇ ਉਹਨਾਂ ਦਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਇਹ ਬਿਆਨ ਪ੍ਰਧਾਨ ਮੰਤਰੀ ਮੋਦੀ ਲਈ ਨਹੀਂ ਸੀ, ਸਗੋਂ ਜਿਹੜੀ ਵਿਚਾਰਧਾਰਾ ਦਾ ਪ੍ਰਚਾਰ ਕਰਦੇ ਹਨ ਉਸ ਖਿਲਾਫ ਸੀ। ਖੜਗੇ ਨੇ ਟਵੀਟ ਕਰਕੇ ਵੀ ਕਿਹਾ ਕਿ ਭਾਜਪਾ ਦੀ ਵਿਚਾਰਧਾਰਾ ਵੰਡ ਪਾਊ ਹੈ, ਨਫ਼ਰਤ ਨਾਲ ਭਰਪੂਰ ਹੈ ਤੇ ਗਰੀਬਾਂ ਤੇ ਦਲਿਤ ਵਿਰੋਧੀ ਹੈ। ਮੈਂ ਇਸ ਨਫ਼ਰਤ ਅਤੇ ਈਰਖਾ ਦੀ ਸਿਆਸਤ ਬਾਰੇ ਚਰਚਾ ਕੀਤੀ ਹੈ। ਸਾਡੀ ਪ੍ਰਧਾਨ ਮੰਤਰੀ ਮੋਦੀ ਨਾਲ ਨਿੱਜੀ ਜੰਗ ਨਹੀਂ ਹੈ, ਇਹ ਵਿਚਾਰਧਾਰਕ ਜੰਗ ਹੈ। ਮਲਿਕਾਰਜੁਨ ਖੜਗੇ ਨੇ ਫਿਰ ਸਫਾਈ ਦਿੰਦਿਆਂ ਇਹ ਗੱਲ ਕਹਿ ਦਿੱਤੀ। ਹੁਣ ਗੱਲ ਇੱਥੇ ਨਹੀਂ ਮੁੱਕਦੀ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਸੀ, ਦੇਸ਼ ਦੇ ਪ੍ਰਧਾਨ ਮੰਤਰੀ ਖਿਲਾਫ ਅਜਿਹੀ ਟਿੱਪਣੀ ਆਉਂਦੀ ਹੈ ਤੇ ਭਾਜਪਾ ਵੀ ਸਰਗਰਮ ਹੋ ਗਈ। ਹਾਲਾਂਕਿ ਬਹੁਤ ਸਾਰੇ ਅਜਿਹੇ ਕੌਮੀ ਪੱਧਰ ਤੇ ਭਾਜਪਾ ਦੇ, ਕਾਂਗਰਸ ਦੇ, ਰਵਾਇਤੀ ਪਾਰਟੀਆਂ ਦੇ ਲੀਡਰ ਨੇ ਕੋਈ ਨਾ ਕੋਈ ਅਜਿਹਾ ਬਿਆਨ ਦੇ ਦਿੰਦੇ ਨੇ। ਇੱਥੋਂ ਤੱਕ ਬਿਆਨ ਦਿੱਤੇ ਜਾ ਚੁੱਕੇ ਨੇ ਕਿ ਗੋਲੀ ਮਾਰਨ ਦੀਆਂ ਗੱਲਾਂ ਕੀਤੀਆਂ ਜਾ ਚੁੱਕੀਆਂ ਨੇ। ਵੰਡ ਪਾਊ ਸ਼ਕਤੀਆਂ ਦੇ ਆਧਾਰ ਦੇ ਉੱਤੇ ਕਈ ਤਰ੍ਹਾਂ ਦੇ ਭੱਦੇ ਵਿਵਾਦਤ ਬਿਆਨ ਸਾਹਮਣੇ ਆਏ, ਪਰ ਉਸ ਤੋਂ ਬਾਅਦ ਭਾਜਪਾ ਵੀ ਨਹੀਂ ਟਲੀ। ਉਸ ਤੋਂ ਬਾਅਦ ਭਾਜਪਾ ਦੇ ਇੱਕ ਆਗੂ ਨੇ ਸੋਨੀਆ ਗਾਂਧੀ ਨੂੰ ਵਿਸ਼ ਕੰਨਿਆ ਕਹਿ ਦਿੱਤਾ। ਇਸ ਦੇ ਬਾਅਦ ਕਾਂਗਰਸ ਭੜਕ ਗਈ। ਹੁਣ ਯਤਨਾਨ ਨੂੰ ਪਾਰਟੀ ਚੋਂ ਕੱਢਣ ਦੀ ਮੰਗ ਹੋ ਰਹੀ ਹੈ। ਇਸ ਮਸਲੇ ਦੇ ਵਿੱਚ ਸੋਨੀਆ ਗਾਂਧੀ ਨੂੰ ਕਿਸ ਨੇ ਤੇ ਕਦੋਂ ਇਹ ਬਿਆਨ ਦਿੱਤਾ, ਵਿਸ਼ ਕੰਨਿਆ ਕਦੋਂ ਕਹਿ ਦਿੱਤਾ ਤੇ ਕਿਹੜੀ ਪਾਰਟੀ ਦੀ ਏਜੰਟ ਐਲਾਨ ਦਿੱਤਾ, ਇਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਦੇ ਹਾਂ। ਪਾਰਟੀ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਰਨਾਟਕਾ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੂੰ ਯਤਨਾਨ ਦੀ ਭੱਦੀ ਟਿੱਪਣੀ ਲਈ ਮਾਫੀ ਮੰਗਣੀ ਚਾਹੀਦੀ ਹੈ। ਹੁਣ ਦੋਵਾਂ ਪਾਸੇ ਤੋਂ ਮਾਫੀਆਂ ਮੰਗਵਾਈਆਂ ਜਾ ਰਹੀਆਂ ਨੇ। ਇਹ ਵੀ ਦਾਅਵਾ ਕੀਤਾ ਗਿਆ ਕਿ ਭਾਜਪਾ ਆਗੂ ਆਪਣਾ ਮਾਨਸਿਕ ਅਤੇ ਸਿਆਸੀ ਸੰਤੁਲਨ ਗਵਾ ਚੁੱਕੇ ਨੇ, ਕਿਉਂਕਿ ਕਰਨਾਟਕਾ ਵਿੱਚ ਭਾਜਪਾ ਦੀ ਹਾਰ ਜਾਪ ਰਹੀ ਹੈ। ਇਸੇ ਤਰ੍ਹਾਂ ਜਦੋਂ ਮੋਦੀ ਸਾਹਿਬ ਦੇ ਖਿਲਾਫ ਟਿੱਪਣੀ ਹੋਈ ਤਾਂ ਕਾਂਗਰਸ ਨੇ ਕਿਹਾ, ਭਾਜਪਾ ਨੇ ਕਿਹਾ ਕਾਂਗਰਸ ਨੂੰ ਕਿ ਉੱਥੇ ਕਾਂਗਰਸ ਹਾਰ ਰਹੀ ਹੈ। ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਨੇ। ਜਦੋਂ ਸੋਨੀਆ ਗਾਂਧੀ ਦੇ ਖਿਲਾਫ ਅਜਿਹੀ ਟਿੱਪਣੀ ਆਉਂਦੀ ਹੈ ਤਾਂ ਉਦੋਂ ਫਿਰ ਭਾਜਪਾ ਨੇ ਕਹਿਣਾ ਸ਼ੁਰੂ ਕਰ ਦਿੱਤਾ, ਉਦੋਂ ਫਿਰ ਕਾਂਗਰਸ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਭਾਜਪਾ ਹਾਰ ਰਹੀ ਹੈ। ਇਹ ਸਾਰੀਆਂ ਗੱਲਾਂ ਇੱਥੇ ਵੀ ਦੱਸਦੀ ਹੈ ਕਿ ਦਾਅਵਾ ਇਹ ਕੀਤਾ ਗਿਆ ਕਿ ਭਾਜਪਾ ਨੇਤਾ ਨੇ ਜਿਹੜੇ, ਉਹਨਾਂ ਨੇ ਜਿਹੜਾ ਮਾਨਸਿਕ ਸੰਤੁਲਨ ਗਵਾ ਰਿਹਾ, ਅਸਲ ਦੇ ਵਿੱਚ ਸਾਬਕਾ ਪ੍ਰਧਾਨ ਨੇ ਜਿਹੜੇ ਕਾਂਗਰਸ ਦੇ, ਸੋਨੀਆ ਗਾਂਧੀ ਨੂੰ ਵਿਸ਼ ਕੰਨਿਆ ਤੇ ਚੀਨ ਅਤੇ ਪਾਕਿਸਤਾਨ ਦਾ ਏਜੰਟ ਕਹਿ ਕੇ ਸੰਬੋਧਨ ਜਿਨ੍ਹਾਂ ਨੇ ਕੀਤਾ, ਉਸ ਦੇ ਅਸਲ ਕਿਰਦਾਰ ਨੂੰ ਬੇਨਕਾਬ ਕਰ ਦਿੱਤਾ। ਦੋਸ਼ ਇਹ ਲੱਗਿਆ ਕਿ ਯਤਨਾਨ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਬਸਵਰਾਜ ਬੋਮਈ ਦੇ ਇਸ਼ਾਰੇ ਤੇ ਟਿੱਪਣੀਆਂ ਕੀਤੀਆਂ ਨੇ। ਸੁਰਜੇਵਾਲ ਨੇ ਦਾਅਵਾ ਕੀਤਾ ਕਿ ਭਾਜਪਾ ਲੀਡਰਸ਼ਿਪ ਨੇ ਨਹਿਰੂ ਗਾਂਧੀ ਪਰਿਵਾਰ ਨੂੰ ਗਾਲਾਂ ਕੱਢਣ ਦੀ ਆਦਤ ਬਣਾ ਲਈ ਹੈ। ਉਹ ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਹੈ ਤੇ ਕਰਨਾਟਕਾ ਉਹਨਾਂ ਦੇ ਖਿਲਾਫ ਇਹਨਾਂ ਅਸ਼ਲੀਲ ਸ਼ਬਦਾਂ ਨੂੰ ਕਦੇ ਮਾਫ ਨਹੀਂ ਕਰੇਗਾ। ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਟਵੀਟ ਕੀਤਾ ਕਿ ਹਰ ਚੋਣ ਵਿੱਚ ਉਹ ਸੋਨੀਆ ਗਾਂਧੀ ਜੀ ਦਾ ਅਪਮਾਨ ਕਰਨ ਲਈ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦੇ ਨੇ। ਭਾਜਪਾ ਲਗਾਤਾਰ ਹੇਠਲੇ ਪੱਧਰ ਤੇ ਡਿੱਗ ਰਹੀ ਹੈ। ਇਸ ਮਸਲੇ ਦੇ ਵਿੱਚ ਖੁਦ ਅਸ਼ੋਕ ਗਹਿਲੋਤ, ਜਿਨ੍ਹਾਂ ਨੂੰ ਰਾਵਣ ਕਿਹਾ ਗਿਆ, ਜਿਸ ਤੋਂ ਬਾਅਦ FIR ਦਰਜ ਹੋ ਜਾਂਦੀ ਹੈ ਸ਼ੇਖਾਵਤ ਖਿਲਾਫ, ਉਹਨਾਂ ਨੇ ਇਸ ਬਿਆਨ ਦੇ ਉੱਤੇ ਵੀ ਆਪਣਾ ਬਿਆਨ ਦਿੱਤਾ ਸੀ। ਇਸ ਮਸਲੇ ਦੇ ਉੱਤੇ ਉਹਨਾਂ ਨੇ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਇੱਕ ਆਗੂ ਵੱਲੋਂ ਸੋਨੀਆ ਗਾਂਧੀ ਖਿਲਾਫ ਕੀਤੀ ਅਜਿਹੀ ਟਿੱਪਣੀ ਸਿਆਸਤ ਵਿੱਚ ਗਿਰਾਵਟ ਦਾ ਪ੍ਰਤੀਕ ਹੈ। ਭਾਜਪਾ ਦਾ ਇੱਕ ਨਵਾਂ ਰੂਪ ਸਾਹਮਣੇ ਆ ਰਿਹਾ। ਇਸ ਦੇ ਨਾਲ ਹੀ ਉਹਨਾਂ ਅਜਿਹੀ ਟਿੱਪਣੀ ਕਰਨ ਵਾਲੇ ਆਗੂ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ। ਉਹਨਾਂ ਨੇ ਕਿਹਾ ਕਿ ਇੰਨੀ ਗਿਰਾਵਟ ਆ ਰਹੀ ਹੈ ਕਿ ਰਾਜਨੀਤੀ ਦੇ ਅੰਦਰ ਜਿਨ੍ਹਾਂ ਸੋਨੀਆ ਗਾਂਧੀ ਨੂੰ ਲੈ ਕੇ ਅੱਜ ਪੂਰੇ ਦੇਸ਼ 'ਚ ਪਾਰਟੀਆਂ ਤੇ ਵਿਰੋਧੀ ਧਿਰਾਂ ਸਾਰਿਆਂ 'ਚ ਇੱਕ ਹੈ, ਉਹਨਾਂ ਬਾਰੇ ਇਸ ਪ੍ਰਕਾਰ ਦੀ ਘਟੀਆ ਟਿੱਪਣੀ ਆਉਣੀ, ਹਰਕਤ ਆਉਣੀ, ਬਿਆਨ ਦੇਣਾ, ਮੈਨੂੰ ਲੱਗਦਾ ਕਿ ਭਾਜਪਾ ਦਾ ਇੱਕ ਨਵਾਂ ਰੂਪ ਸਾਹਮਣੇ ਆ ਗਿਆ। ਉਹਨਾਂ ਨੇ ਵੀ ਕਿਹਾ ਕਿ ਉਲਟੀ ਗਿਣਤੀ ਸ਼ੁਰੂ ਹੋ ਗਈ ਆ ਕਰਨਾਟਕਾ ਦੇ ਵਿੱਚ ਭਾਜਪਾ ਦੀ। ਉਸ ਜਨੂਨ ਕਾਰਨ ਹੀ ਇਹ ਹਾਲਤ ਹੋਈ ਹੈ। ਪ੍ਰਧਾਨ ਮੰਤਰੀ ਮੋਦੀ ਜੀ ਉਹਨਾਂ ਤੇ ਅਸੀਂ ਜੇਕਰ ਕੋਈ ਟਿੱਪਣੀ ਕਰਦੇ ਹਾਂ ਤੇ ਉਹ ਚੋਣ ਜਿੱਤਣ ਲਈ ਜਨਤਾ ਦੇ ਸਾਹਮਣੇ ਉਸ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਨੇ। ਅਸੀਂ ਕਈ ਵਾਰ ਜਿਹਾ ਦੇਖਿਆ ਹੈ। ਗਹਿਲੋਤ ਨੇ ਕਿਹਾ ਕਿ ਮੈਂ ਇਸ ਵਾਰ ਬਾਰੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਖੁਦ ਪੱਤਰ ਲਿਖਾਂਗਾ ਤੇ ਸੂਬੇ ਦੇ ਸਾਰੇ ਕਾਂਗਰਸੀਆਂ ਦੀਆਂ ਭਾਵਨਾਵਾਂ ਤੋਂ ਉਹਨਾਂ ਨੂੰ ਜਾਣੂ ਕਰਵਾਵਾਂਗਾ। ਅਸੀਂ ਇੰਤਜ਼ਾਰ ਕਰਾਂਗੇ ਅਤੇ ਦੇਖਾਂਗੇ ਕਿ ਉਹ ਅਜਿਹੇ ਲੋਕਾਂ ਖਿਲਾਫ ਕੀ ਕਾਰਵਾਈ ਕਰਦੇ ਨੇ। ਇਹ ਸਾਰੀਆਂ ਗੱਲਾਂ ਹੋ ਰਹੀਆਂ ਨੇ, ਪਰ ਕੁੱਲ ਮਿਲਾ ਕੇ ਦੇਖਿਆ ਜਾਵੇ ਘੱਟ ਕੋਈ ਵੀ ਨਹੀਂ ਇਸ ਮਸਲੇ ਦੇ ਵਿੱਚ। ਇੱਕ ਦੂਜੇ ਦੇ ਖਿਲਾਫ ਭੱਦੀਆਂ ਟਿੱਪਣੀਆਂ, ਵਿਵਾਦਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ। ਸਿਆਸਤ ਵਿੱਚ ਇੰਨੀ ਗਿਰਾਵਟ ਹੇਠਲੇ ਪੱਧਰ ਤੱਕ ਕੀ ਅਸਰ ਪਾਉਂਦੀ ਹੈ ਤੁਸੀਂ ਸਾਰੇ ਜਾਣਦੇ ਹੋ। ਇਹ ਕੌਮੀ ਪੱਧਰ ਦੇ ਲੀਡਰਾਂ ਦੀ ਗੱਲ ਕੀਤੀ ਹੈ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਇੱਕ ਦੂਜੇ ਦੇ ਖਿਲਾਫ ਕਿਸ ਤਰ੍ਹਾਂ ਮੁੱਖ ਮੰਤਰੀ ਪੱਧਰ ਤੱਕ ਦੇ ਆਗੂ
ਭੱਦੀਆਂ ਟਿੱਪਣੀਆਂ ਕਰਦੇ ਨਜ਼ਰ ਆਉਂਦੇ ਨੇ, ਇਹ ਤੁਸੀਂ ਵੀ ਸਾਰੇ ਜਾਣਦੇ ਹੋ। ਇਸ ਤਰ੍ਹਾਂ ਦੀ ਸਿਆਸੀ ਗਿਰਾਵਟ, ਬਿਆਨਾਂ ਵਿੱਚ ਗਿਰਾਵਟ ਨਹੀਂ ਆਉਣੀ ਚਾਹੀਦੀ। ਇੱਥੋਂ ਸਿਆਸਤ ਦਾ ਮਿਆਰ ਪਤਾ ਲੱਗਦਾ ਕਿ ਦੇਸ਼ ਦੀ ਸਿਆਸਤ ਖੜੀ ਕਿੱਥੇ ਹੈ, ਲੋਕਾਂ ਦੇ ਕੰਮ ਕਿਵੇਂ ਹੋਣਗੇ, ਵਿਕਾਸ ਕਿਵੇਂ ਹੋਣਗੇ, ਲੋਕਾਂ ਦੀਆਂ ਗੱਲਾਂ ਕਿਵੇਂ ਹੋਣਗੀਆਂ, ਜਿੱਥੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਦਾ ਸਾਹਮਣਾ ਲੀਡਰਾਂ ਨੂੰ ਕਰਨਾ ਪਵੇਗਾ। ਸਾਰਿਆਂ ਨੂੰ ਗਰੇਜ਼ ਕਰਨਾ ਚਾਹੀਦਾ। ਦੇਖਦੇ ਹਾਂ ਕਿ ਹੁਣ ਕਿਸ ਕਿਸ ਤੇ ਇਹਨਾਂ ਸਾਰੀਆਂ ਘਟਨਾਵਾਂ ਤੋਂ ਸਬਕ ਕੌਣ-ਕੌਣ ਸਿੱਖਦਾ ਹੈ ਤੇ ਕੌਣ-ਕੌਣ ਆਪਣੀ ਜ਼ੁਬਾਨ ਦੇ ਉੱਤੇ ਕੰਟਰੋਲ ਕਰਦਾ ਹੈ। ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ। ਫਿਲਹਾਲ ਇਸ ਰਿਪੋਰਟ ਵਿੱਚ ਇੰਨਾ ਹੀ।